ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ 'ਚ ਤੁਹਾਡਾ ਸਾਰਿਆਂ ਦਾ ਸਵਾਗਤ। ਕੋਸ਼ਿਸ਼ ਸਾਡੀ ਹੈ ਕਿ ਜੀ ਇਸ ਵਕਤ ਜੋ ਖਬਰਾਂ ਨੇ ਆਪ ਜੀ ਦੇ ਸਨਮੁਖ ਰੱਖ ਦਈਏ ਤਾਂ ਜੋ ਵੀ ਸਮੇਂ ਦੀ ਚਾਲ ਹੈ ਉਹ ਵੀ ਤੁਹਾਨੂੰ ਸਮਝ ਆਵੇ ਅਤੇ ਉਸ ਤੋਂ ਬਾਅਦ ਰੁਖ ਕੀ ਅਖਤਿਆਰ ਕਰਨਾ ਤੁਸੀਂ ਜਾਂ ਖਬਰਾਂ ਨੇ ਜਾਂ ਲੋਕਾਂ ਨੇ ਜਾਂ ਲੀਡਰਾਂ ਨੇ ਉਹਦੇ ਬਾਰੇ ਵੀ ਪਤਾ ਲੱਗ ਸਕੇ। ਅੱਜ ਦੀਆਂ ਗੱਲਾਂ ਬਾਤਾਂ 'ਚ ਇੱਕ ਤਾਂ ਜਿਹੜਾ ਇਸ ਵਕਤ ਅਚਾਨਕ ਤੋਂ ਰੌਲਾ ਪੈ ਗਿਆ ਕਿ ਲੰਘਾ ਜਿਹੜਾ ਪਿਛਲਾ ਮਹੀਨਾ ਸੀਗਾ ਉਹਦੇ 'ਚ ਸਿਰਸਾ ਸਾਧ ਨੂੰ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਹੈ। ਉਹ ਇੰਨਾ ਚਿਰ ਲੁਕਾ ਕੇ ਕਿਉਂ ਰੱਖੀ ਅਤੇ ਹੁਣ ਕਿਵੇਂ ਗੱਲ ਸਾਹਮਣੇ ਆ ਗਈ ਅਤੇ ਉਹਦਾ ਮਤਲਬ ਮਾਇਨਾ ਵੀ ਸਮਝਾਂਗੇ। ਫਿਰ ਪੰਜਾਬ ਦੇ ਵਿੱਚ ਜਿਹੜੀਆਂ ਟ੍ਰੇਨਾਂ ਨੂੰ ਚਲਾਉਣ ਦੇ ਲਈ ਕੁਝ ਹੋਰ ਸ਼ਰਤਾਂ ਦੀ ਚਰਚਾ ਚੱਲਦੀ ਆ, ਉਹ ਕੀ ਕਹਾਣੀਆਂ, ਅਤੇ ਟਰੰਪ ਵਾਲਾ ਜਿਹੜਾ ਪੇਚ ਹੈ ਉਹ ਅਜੇ ਤੱਕ ਵੀ ਕਿਉਂ ਨਹੀਂ ਖੁੱਲ੍ਹ ਰਿਹਾ, ਇੰਨਾ ਜੰਗਾਲ ਕਿਵੇਂ ਖਾ ਗਿਆ, ਉਹਦੀ ਗੱਲ ਵੀ ਕਰ ਲਵਾਂਗੇ। ਇਸ ਤੋਂ ਇਲਾਵਾ ਕੁਝ ਖਬਰਾਂ ਹੋਰ ਨੇ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰ। ਸਾਹਿਬ, ਜਦੋਂ ਇੱਕ ਗੱਲ ਤੋਂ ਮੰਨਦੇ ਆ ਕਿਸਾਨ ਅਤੇ ਅਗਲੇ ਦੂਜੀ ਮੰਗ ਰੱਖ ਦਿੰਦੇ ਆ। ਹੁਣ ਸਮਝ ਤਾਂ ਮੈਨੂੰ ਇਹ ਸੀ ਕਿ ਵੀ ਜਿਵੇਂ ਇੱਧਰੋਂ ਸੰਘਰਸ਼ ਚੱਲ ਰਿਹਾ ਅਤੇ ਕੁਝ ਮੰਗਾਂ ਕਿਸਾਨਾਂ ਦੀਆਂ ਸਰਕਾਰ ਮੰਨੇ ਅਤੇ ਫਿਰ ਸੰਘਰਸ਼ ਚੱਲਦਾ, ਪਰ ਹੋ ਉਲਟਾ ਰਿਹਾ ਵੀ ਸਰਕਾਰ ਆਪਣੀਆਂ ਮੰਗਾਂ ਮਨਾ ਰਹੀ ਆ। ਹੁਣ ਜਿੱਦਾਂ ਜੇ ਟ੍ਰੇਨਾਂ ਦੇ ਲਈ ਖਾਲੀ ਕੀਤੀਆਂ ਪਟੜੀਆਂ ਅਤੇ ਉਹ ਕਹਿੰਦੇ ਮਾਲ ਗੱਡੀਆਂ ਤੋਂ ਬਾਅਦ ਮੁਸਾਫਰ ਵਾਲੀਆਂ ਗੱਡੀਆਂ ਵੀ ਚਲਾਵਾਂਗੇ। ਕਿੱਧਰ ਨੂੰ ਤੁਰ ਪਏ ਕੰਮ? ਗੁਰਪ੍ਰੀਤ ਜੀ, ਤੁਸੀਂ ਤਕਰੀਬਨ 1 ਮਹੀਨਾ ਪਹਿਲਾਂ ਦੀਆਂ ਕਲਿੱਪਸ ਕੱਢ ਕੇ ਵੇਖੋ। ਮੈਂ 3-4 ਵਾਰ ਇਹ ਗੱਲ ਆਖੀ ਸੀ ਜੀ ਕਿ ਨਰਿੰਦਰ ਮੋਦੀ ਨੇ ਦੇਣਾ ਕੁਛ ਨਹੀਂ ਜੀ। ਉਹਦੀ ਪਾਲਿਸੀ ਹੈ ਕਿ ਥਕਾ ਕੇ ਮਾਰੋ ਜੀ। ਇਹ ਥੱਕ ਕੇ ਅਤੇ ਅੱਕ ਕੇ ਬਿਸਤਰਾ ਚੱਕ ਕੇ ਘਰਾਂ ਨੂੰ ਚਲੇ ਜਾਣ। ਉਹ ਇਹ ਵੀ ਇਸ ਤਰ੍ਹਾਂ ਦੀ ਨੀਤ ਬਣਾਈ ਜਾਪਦੇ ਆ ਵੀ ਇੱਕ ਵਾਰੀ ਜੇ ਪੰਜਾਬ ਵਿੱਚ ਇਸ ਤਰ੍ਹਾਂ ਦਾ ਸੰਘਰਸ਼ ਜਿਹਦੇ 'ਚ ਸਾਰਾ ਪੰਜਾਬ ਇੱਕ ਮੁੱਠ ਜੀ ਉਹ ਢਾਹ ਲਿਆ ਜਾਵੇ, ਇਹਨਾਂ ਨੂੰ ਨਸਲ ਕਰ ਦਿੱਤਾ ਜਾਵੇ, ਬਾਕੀ ਸਾਰੇ ਹਿੰਦੁਸਤਾਨ 'ਚ ਫਿਰ ਕਿਸੇ ਦੀ ਜ਼ਰੂਰਤ ਨਹੀਂ ਪੈਣੀ ਕਿ ਇਸ ਕਿਸਮ ਦਾ ਕੋਈ ਸੰਘਰਸ਼ ਕਰ ਸਕੇ। ਜੀ। ਉਹਨਾਂ ਦੇ ਲੀਡਰਾਂ ਦੀ ਇੱਥੋਂ ਦੀ ਬੋਲਬਾਣੀ, ਉੱਪਰ ਵਾਲੇ ਲੀਡਰ ਜਿਹੜੇ ਨੇ ਨੈਸ਼ਨਲ ਪੱਧਰ ਦੇ, ਉਹਨਾਂ ਦੀ ਪਿੰਡ ਪੱਧਰ ਦੀ ਬੋਲੀ। ਜੀ। ਕਦੇ ਕੌਮੀ ਪੱਧਰ ਦੇ ਲੀਡਰ ਇਹ ਲਫ਼ਜ਼ ਵਰਤਦੇ ਹੁੰਦੇ ਆ ਕਿ ਦੂਸਰਿਆਂ ਨੂੰ ਕਹਿਣ ਤੁਸੀਂ ਤਾਂ ਦਲਾਲ ਬੈਠੇ ਜੀ। ਕਿਸਾਨਾਂ ਨੂੰ ਦਲਾਲ ਕਹਿਣ ਦੀ ਗੱਲ ਇਹ ਨੌਬਤ ਆ ਗਈ ਕਿ ਭਾਜਪਾ ਦਾ ਜਿਹੜਾ ਕੌਮੀ ਪ੍ਰਧਾਨ ਹੈ ਜੀ ਉਹ ਕਹਿ ਰਿਹਾ। ਇਸ ਪੱਧਰ ਦੀ ਜਿਹੜੀ ਭਾਸ਼ਾ ਸੀ ਉਹ ਜਿਹੜਾ ਹੁੰਦਾ ਨਾ, ਗੁਰੂ ਜਿਨ੍ਹਾਂ ਦੇ ਟੱਪਣੇ ਤੇ ਚੇਲੇ ਜਾਣ ਛੜਪ, ਜੀ ਉਹ ਥੋੜ੍ਹੀ ਜਿਹੀ ਗੱਲ ਕਰਦੇ ਸੀ ਅਤੇ ਭਾਜਪਾ ਦੇ ਲੀਡਰ ਪੰਜਾਬ ਵਿੱਚ ਕਈ ਉਹਦੇ ਨਾਲ ਦੁੱਗਣੀ ਗੱਲ ਕਰਦੇ ਸੀ। ਔਰ ਮੇਰੀ ਆਪਣੀ ਜਾਣਕਾਰੀ 'ਚ ਜਿਹੜੀ ਗੱਲ ਆਈ ਉਹ ਇਹ ਜੀ ਕਿ ਭਾਜਪਾ ਦੇ 2 ਜਾਂ ਸ਼ਾਇਦ 3 ਲੀਡਰ ਆ ਪੰਜਾਬ 'ਚ ਜਿਨ੍ਹਾਂ ਦਾ ਕੰਮ ਇਹੋ ਜਿਹਾ ਕਿ ਜਿੱਥੇ ਵਿਰੋਧ ਜ਼ਿਆਦਾ ਹੋ ਸਕਦਾ ਉੱਥੇ ਜ਼ਰੂਰ ਜਾਓ। ਜੀ। ਕੋਈ ਨਾ ਕੋਈ ਗੱਲ ਵੀ ਇਹੋ ਜਿਹੀ ਕਹੋ ਕਿ ਲੋਕੀ ਗੱਲ ਪੈ ਜਾਣ। ਇੱਕ ਬੰਦਾ ਪਾਸੇ ਖੜਾ ਕਰਕੇ ਉਹਦੀਆਂ ਵੀਡੀਓ ਬਣਵਾਓ, ਫਿਰ ਦਿੱਲੀ ਜਾ ਕੇ ਦਿਖਾਓ ਜੀ ਮੈਂ ਸਰਕਾਰ, ਪਾਰਟੀ ਅਤੇ ਸੰਘ ਪਰਿਵਾਰ ਦੀ ਖਾਤਰ ਫਲਾਣੇ ਥਾਂ 'ਤੇ ਧੱਕੇ ਖਾਧੇ, ਜੀ ਤਾਂ ਕਿ ਇਹਦੇ ਵਿੱਚੋਂ ਵੀ ਪ੍ਰਮੋਸ਼ਨ ਮਿਲੇ। ਇਹ 2-3 ਲੀਡਰਾਂ ਦੇ ਬਾਰੇ ਇਹ ਚਰਚਾ ਭਾਜਪਾ ਦੇ ਆਪਣੇ ਅੰਦਰ ਚੱਲਦੀ ਪਈ ਆ ਜੀ ਵੀ ਉਹ ਬੰਦੇ ਨਾਲ ਲਗਾਤਾਰ ਇਸੇ ਕੰਮ ਲੱਗੇ ਆ ਕਿ ਕੁਝ ਨਾ ਕੁਝ ਰੋਜ਼ ਹੀ ਨਵਾਂ ਕੌੜਾ ਫਿੱਕਾ ਬੋਲੋ, ਜਿੱਥੇ ਜਾਓ ਲੋਕਾਂ ਤੋਂ 2-4 ਧੱਕੇ ਵੀ ਪੈਣ ਤੇ ਖਾ ਲਓ, ਬੇਇੱਜ਼ਤੀ ਹੁੰਦੀ ਕਰਵਾ ਲਓ, ਇਹ 'ਚੋਂ ਕੋਈ ਨਾ ਕੋਈ ਤਰੱਕੀ ਦਾ ਚਾਂਸ ਨਿਕਲਦਾ। ਜੀ। ਹੁਣ ਇਹਦੇ 'ਚੋਂ ਅਸੀਂ ਇਹ ਸਮਝਦੇ ਸਾਂ ਕਿ ਹੇਠਲੇ ਪੱਧਰ 'ਤੇ ਆ ਜੋ ਕੁਝ ਰੇਲਵੇ ਮੰਤਰੀ ਨੇ ਪਰਸੋਂ ਪੰਜਾਬ ਦੇ 8 ਪਾਰਲੀਮੈਂਟ ਮੈਂਬਰਾਂ ਦੇ ਨਾਲ ਕੀਤਾ, ਔਰ ਉਹਨਾਂ ਦੇ ਨਾਲ ਨਹੀਂ ਕੀਤਾ, ਅਸਲ ਵਿੱਚ ਸਮੁੱਚੇ ਪੰਜਾਬ ਬਾਰੇ, ਪੰਜਾਬ ਦੀ ਕਿਸਾਨੀ ਬਾਰੇ, ਪੰਜਾਬ ਦੇ ਆਮ ਲੋਕਾਂ ਬਾਰੇ ਜਿਹੜੀਆਂ ਉਹਨੇ ਟਿੱਪਣੀਆਂ ਕੀਤੀਆਂ ਉਹ ਬਹੁਤ ਭੱਦੀਆਂ ਟਿੱਪਣੀਆਂ ਸੀ। ਜੀ। ਮੈਂ ਸਮਝਦਾ ਕਿ ਉਹ ਟਿੱਪਣੀਆਂ ਜਿਹੜੀਆਂ ਨੇ ਉਹ ਰੇਲ ਮੰਤਰੀ ਆਪਣੇ ਤੌਰ 'ਤੇ ਨਹੀਂ ਕਰ ਸਕਦਾ। ਉਹਨੂੰ ਕਿਤੋਂ ਨਾ ਕਿਤੋਂ ਸ਼ਹਿ ਮਿਲੀ ਆ। ਜੀ। ਆਖਿਰਕਾਰ ਕੋਈ ਨਾ ਕੋਈ ਹੈ ਉੱਪਰ ਇਹੋ ਜਿਹਾ ਜਿਹੜਾ ਉਹਨਾਂ ਨੂੰ ਕਹਿੰਦਾ ਕਿ ਜੋ ਮਰਜ਼ੀ ਤੁਸੀਂ ਕਰੀ ਜਾਓ, ਅਸੀਂ ਤੁਹਾਨੂੰ ਪ੍ਰੋਟੈਕਟ ਕਰ ਲਾਂਗੇ, ਅਸੀਂ ਤੁਹਾਡੀ ਪਿੱਠ 'ਤੇ ਹੈਗੇ ਹਾਂ। ਬਹੁਤ ਭੱਦੀਆਂ ਟਿੱਪਣੀਆਂ ਸੀ। ਜੀ। ਹੁਣ ਕਿਸਾਨਾਂ ਨੂੰ ਆਖਿਆ ਗਿਆ ਕਿ ਤੁਸੀਂ ਆਹ ਰਾਹ ਦੇ ਦਿਓ। ਉਹਨੇ ਆਖਿਆ ਚੰਗਾ ਜੀ ਠੀਕ ਆ, ਅਸੀਂ ਰੇਲਵੇ ਲਾਈਨਾਂ ਛੱਡੀਆਂ, ਅਸੀਂ ਪਲੇਟਫਾਰਮਾਂ 'ਤੇ ਬਹਿ ਜਾਂਦੇ ਹਾਂ, ਤੁਸੀਂ ਆਹ 3 ਪਲਾਂਟ ਛੱਡ ਦਿਓ ਜਿਹੜੇ ਥਰਮਲ ਪਲਾਂਟ ਪ੍ਰਾਈਵੇਟ ਕੰਪਨੀਆਂ ਦੇ ਆ, ਅਤੇ ਬਾਕੀ ਮਾਲ ਗੱਡੀਆਂ ਚਲਾਓ। ਉਹਨੇ ਆਖਿਆ ਇਹ ਵੀ ਛੱਡੋ, ਫਿਰ ਉਹਨੇ ਆਖਿਆ ਅੱਛਾ ਇਹ ਵੀ ਛੱਡ ਦਿੰਦੇ ਹਾਂ। ਹੁਣ ਕਹਿੰਦੇ ਜੀ ਮਾਲ ਗੱਡੀਆਂ ਇਕੱਲੀਆਂ ਨਹੀਂ, ਅਸੀਂ ਸਵਾਰੀ ਗੱਡੀਆਂ ਵੀ ਚਲਾਉਣੀਆਂ। ਫਿਰ ਇਹ ਵੀ ਸ਼ਰਤ ਲਾਤੀ ਕਿ ਤੁਸੀਂ ਪਲੇਟਫਾਰਮਾਂ 'ਤੇ ਨਹੀਂ, ਬਾਹਰ ਚੱਲ ਜਾਓ। ਉਹਨੇ ਆਖਿਆ ਚਲ ਬਾਹਰ ਚੱਲ ਜਾਂਦੇ ਹਾਂ। ਰੇਲਵੇ ਲਾਈਨਾਂ ਦੇ ਲਾਗੇ ਜਾ ਕੇ ਬੈਠ ਗਏ, ਲਾਈਨਾਂ 'ਤੇ ਨਹੀਂ ਬੈਠੇ, ਪਲੇਟਫਾਰਮਾਂ 'ਤੇ ਨਹੀਂ ਬੈਠੇ, ਆਸੇ ਪਾਸੇ ਲਾਈਨਾਂ ਦੇ ਲਾਗੇ ਬੈਠ। ਹੁਣ ਕਹਿੰਦੇ ਜੀ ਲਾਈਨਾਂ ਦੇ ਲਾਗੇ ਵੀ ਨਹੀਂ। ਇਹਦਾ ਮਤਲਬ ਅਲਟੀਮੇਟਲੀ ਉਹ ਕਹਿੰਦੇ ਆ ਕਿ ਜਦ ਤੱਕ ਤੁਸੀਂ ਘਰ ਨਾ ਚਲੇ ਗਏ ਜੀ ਉਹਨਾਂ ਚਿਰ ਤੱਕ ਸਰਕਾਰ ਨੇ ਤੁਹਾਡੇ ਨਾਲ ਗੱਲ ਹੀ ਨਹੀਂ ਕਰਨੀ।
ਇਸ ਹੱਦ ਤੱਕ ਕਿਸੇ ਸੰਘਰਸ਼ ਵਿੱਚ ਰੁੱਝੇ ਲੋਕਾਂ ਨੂੰ, ਕਿਸਾਨਾਂ ਨੂੰ ਜਲੀਲ ਕੀਤਾ ਜਾਵੇ ਤੇ ਫਿਰ ਤੰਗ ਆਮਦ ਬਜੰਗ ਆਮਦ ਹੁੰਦੀ ਹੈ। ਲੋਕਾਂ ਦੇ ਮਨ 'ਚ ਗੁੱਸਾ ਭਰਦਾ ਜਾ ਰਿਹਾ। ਕੇਂਦਰ ਸਰਕਾਰ ਉਸ ਗੁੱਸੇ ਨੂੰ ਨਹੀਂ ਵੇਖ ਰਹੀ ਜੀ। ਇਸ ਗੁੱਸੇ ਨੂੰ ਸਮਝਣਾ ਚਾਹੀਦਾ ਤੇ ਹਾਲਾਤ ਅਜੇ ਵੀ ਸੁਧਾਰਨੇ ਚਾਹੀਦੇ। ਜਥੇਬੰਦ ਸਾਹਿਬ, ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਵੀ ਕੁਝ ਕੁ ਭਾਜਪਾ ਲੀਡਰ ਨੇ ਜਿਹੜੇ ਜਾਣਬੁੱਝ ਕੇ ਚਾਹੁੰਦੇ ਆ ਕਿ ਵੀ ਮਾਹੌਲ ਚਾਲ ਜਿਹਾ ਬਣੇ ਤੇ ਆਪਾਂ ਤਰੱਕੀ ਭਾਲੀਏ, ਹੁਣ ਉਹਨਾਂ ਵੱਲ ਇਸ਼ਾਰਾ ਕਰਦਿਆਂ ਸੁਰਜੀਤ ਕੁਮਾਰ ਜਿਆਣੀ ਹੋਰਾਂ ਨੇ ਵੀ ਤੇ ਕਿਹਾ ਨਾ ਕਿ ਵੀ ਖੁਦ ਇਹ ਜੋ ਕੁਛ ਮਾਹੌਲ ਆ ਉਹ ਚਾਹੁੰਦੇ ਆ ਵੀ ਇਹਨੂੰ ਹੱਲ ਕਰੀਏ। ਹਾਲਾਂਕਿ ਜਿਹੜੀ ਕਮੇਟੀ ਬਣਾਈ ਉਹਦੀ ਪ੍ਰਧਾਨਗੀ ਵੀ ਉਹਨਾਂ ਨੂੰ ਦਿੱਤੀ ਵੀ ਜਿਆਣੀ ਸਾਹਿਬ ਤੁਸੀਂ ਜਾ ਕੇ ਗੱਲ ਕਰੋ, ਕਿਸਾਨਾਂ ਆਪਾਂ ਨਿਬੇੜੀਏ। ਹੁਣ ਜਿਹੜੇ ਬੰਦੇ ਦੇ ਹੱਥ ਵਾਗਡੋਰ ਆ ਉਹਨੂੰ ਕੋਈ ਪੁੱਛੇ ਨਾ ਤੇ ਉਹ ਆ ਬਾਅਦ 'ਚ ਆਖੇ ਵੀ ਮੈਂ ਕਿਸਾਨਾਂ ਦੇ ਨਾਲ ਆ ਭਾਈ, ਜੇ ਪਾਰਟੀ ਮੈਨੂੰ ਕੱਢ ਦੇਵੇ। ਇਹਦੇ ਵੱਲੋਂ ਭਾਜਪਾ ਵੀ ਦੋ ਫਾੜ ਹੋਣ ਲੱਗ ਪਈ ਇਸ ਮੁੱਦੇ ਦੇ ਉੱਪਰ ਵੀ ਤੁਸੀਂ ਕਰਨ ਕੀ ਡਏ ਹੋ। ਸੁਰਜੀਤ ਕੁਮਾਰ ਜਿਆਣੀ 30-35 ਸਾਲਾਂ ਤੋਂ, ਸ਼ਾਇਦ 40 ਸਾਲਾਂ ਤੋਂ ਪਾਰਟੀ ਦਾ ਵਰਕਰ ਸੀ। ਵਰਕਰ ਤੋਂ ਲੀਡਰ ਬਣਿਆ, ਲੀਡਰ ਤੋਂ MLA ਬਣਿਆ, MLA ਤੋਂ ਮੰਤਰੀ ਬਣਿਆ ਜੀ। ਬਹੁਤ ਸੀਨੀਅਰਸ ਵਿੱਚ ਆਉਂਦਾ। ਇਸ ਵੇਲੇ ਪੰਜਾਬ ਦੇ ਜ਼ਿਲ੍ਹਿਆਂ 'ਚ ਇੱਕ ਜ਼ਿਲ੍ਹਾ ਫਾਜ਼ਿਲਕਾ, ਉਹ ਜ਼ਿਲ੍ਹਾ ਬਣਿਆ ਕਿੱਦਾਂ ਸੀ ਲੋਕਾਂ ਨੂੰ ਬਹੁਤਿਆਂ ਨੂੰ ਪਤਾ ਨਹੀਂ। ਉੱਥੋਂ ਵਾਲਿਆਂ ਨੂੰ ਪਤਾ ਹੋਊਗਾ ਜੀ, ਬਾਕੀ ਲੋਕਾਂ ਨੂੰ ਭੁੱਲ ਗਿਆ। ਅਕਾਲੀ ਭਾਜਪਾ ਦੀ ਸਰਕਾਰ ਸੀ। ਇਹ ਜ਼ਿਲ੍ਹਾ ਬਣਾਉਣ ਦਾ ਜਿਹੜਾ ਜ਼ਿਕਰ ਹੈ ਉਹ ਪਹਿਲਾਂ ਭਾਜਪਾ ਦੇ ਲੀਡਰ ਸਟੇਜਾਂ ਤੋਂ ਕਰਦੇ ਰਹੇ ਸੀ। ਜਦੋਂ ਅਕਾਲੀ ਭਾਜਪਾ ਸਰਕਾਰ ਬਣ ਗਈ ਤੇ ਫਿਰ ਅਕਾਲੀਆਂ ਨੇ ਆਖਿਆ ਨਹੀਂ ਬਣਾਉਣਾ ਤੇ ਭਾਜਪਾ ਵਾਲੇ ਵੀ ਚੁੱਪ ਕਰਕੇ ਬਹਿ ਗਏ ਤੇ ਇਕੱਲਾ ਸੀ ਜਿਹਨੇ ਉੱਥੇ ਮਰਨ ਵਰਤ ਰੱਖਤਾ ਸੀ ਜੀ ਕਿ ਮੈਂ ਤਾਂ ਜ਼ਿਲ੍ਹਾ ਲੈਣਾ ਹੀ ਲੈਣਾ। ਅਖੀਰ ਇੱਕ ਸਮਝੌਤਾ ਹੋਇਆ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਭੇਜਿਆ ਗਿਆ। ਉਹਨੇ ਜਾ ਕੇ ਸਮਝੌਤਾ ਕਰਕੇ ਇਹਦਾ ਵਰਤ ਤੁੜਾਇਆ ਸੀ ਤੇ ਫਾਜ਼ਿਲਕਾ ਜ਼ਿਲ੍ਹਾ ਬਣਾਇਆ ਸੀ। 15 ਅਗਸਤ ਨੂੰ ਉੱਥੇ ਝੰਡਾ ਚਲਾਉਣ ਵਾਸਤੇ ਫਿਰ ਸੁਖਬੀਰ ਸਿੰਘ ਬਾਦਲ ਆਪ ਗਿਆ ਸੀ। ਇਹ ਹੱਠੀ ਕਿਸਮ ਦਾ, ਜ਼ਿੱਦੀ ਕਿਸਮ ਦਾ ਆਦਮੀ ਹੈ। ਹੁਣ ਉਹਨੇ ਜ਼ਿੱਦ ਇਸ ਗੱਲ ਤੇ ਕਰ ਲਈ ਹੈ, ਉਹ ਕਹਿੰਦਾ ਤੁਸੀਂ ਮੈਨੂੰ ਬਣਾਇਆ 5 ਮੈਂਬਰੀ ਕਮੇਟੀ ਦਾ ਮੁਖੀ ਕਿ ਜਾ ਕੇ ਕਿਸਾਨਾਂ ਨਾਲ ਗੱਲ ਚਲਾਉਣੀ ਤੇ ਮੈਨੂੰ ਕੋਈ ਪੁੱਛਦਾ ਹੀ ਨਹੀਂ ਜੀ। ਗੱਲ ਚਲਾਉਣ ਵਾਲੇ ਬਾਹਰ ਨੇ ਤੇ ਜਿਹੜੇ ਗੱਲ ਚਲਾਉਣ ਵਾਲੇ ਉਹ ਗੱਲ ਚਲਾਉਣ ਵਾਲੇ ਨਹੀਂ, ਗੱਲ ਵਧਾਉਣ ਵਾਲੇ ਆ, ਵਿਗੜੀ ਨੂੰ ਹੋਰ ਵਧਾਉਣ ਵਾਲੇ ਨੇ। ਉਹ ਕਹਿੰਦਾ ਤੁਹਾਨੂੰ ਸਮਝ ਨਹੀਂ ਲੱਗਦੀ, ਤੁਸੀਂ ਮੈਨੂੰ ਕੱਢਣਾ ਪਾਰਟੀ 'ਚੋਂ ਕੱਢ ਦਿਓ। ਮੈਂ ਸਾਫ਼ ਕਹਿੰਦਾ ਕਿ ਤੁਸੀਂ ਕਿਸਾਨਾਂ ਨਾਲ ਧੱਕਾ ਕਰ ਰਹੇ ਜੀ। ਉਹਨੇ ਇਹ ਵੀ ਆਖਿਆ ਕਿ ਮੈਂ ਇੰਨੇ ਸਾਲਾਂ ਦੀ ਪਾਰਟੀ ਦੀ ਸਰਵਿਸ ਕੀਤੀ ਹੈ, ਬਹੁਤ ਸੇਵਾ ਕੀਤੀ ਹੈ, ਮੈਂ ਕੋਈ ਖੁੰਬਾ ਵਾਂਗੂ ਗਿਆ ਲੀਡਰ ਨਹੀਂ, ਪਰ ਪਾਰਟੀ ਨੇ ਕਦਰ ਕੀ ਪਾਈ ਹੈ। ਮੈਂ ਖੁਦ ਕਿਸਾਨ ਹਾਂ। ਜੇ ਅੱਜ ਕਿਸਾਨਾਂ ਨਾਲ ਧੱਕਾ ਹੁੰਦਾ ਤੇ ਮੇਰੇ ਨਾਲ ਵੀ ਧੱਕਾ, ਮੇਰੇ ਵੀ ਬੱਚਿਆਂ ਦਾ ਸਵਾਲ ਹੈ ਕਿ ਮੇਰੀ ਅਗਲੀ ਪੀੜ੍ਹੀ ਕੀ ਕਰੂਗੀ। ਮੈਂ ਅਗਲੀ ਪੀੜ੍ਹੀ ਵਾਸਤੇ ਇਨਸਾਫ ਮੰਗਦਾ ਪਿਆ ਜੀ। ਜੇ ਪਾਰਟੀ ਮੈਨੂੰ ਕੱਢਣਾ ਚਾਹੁੰਦੀ ਕੱਢ ਦੇ। ਔਰ ਉਹਦੇ ਇਸ ਬਿਆਨ ਤੋਂ ਬਾਅਦ ਪਾਰਟੀ ਦੇ ਅੰਦਰ ਇੰਨੀ ਹਫੜਾ ਦਫੜੀ ਮੱਚੀ ਕਿ ਜਿਹੜਾ ਪੰਜਾਬ ਦਾ ਪ੍ਰਧਾਨ ਅਸ਼ਵਨੀ ਸ਼ਰਮਾ, ਇਹਨੂੰ ਤਾਂ ਸੁਰਜੀਤ ਕੁਮਾਰ ਜਿਆਣੀ ਆਪਣਾ ਜੂਨੀਅਰ ਸਮਝਦਾ ਜੀ। ਇਹ ਤੇ ਸਾਰੇ ਕੱਲ੍ਹ ਦੇ ਆਏ ਨੇ। ਜਿਹੜਾ ਪਾਰਟੀ 'ਚ ਇਸ ਵੇਲੇ ਪੰਜਾਬ 'ਚ ਸਭ ਤੋਂ ਸੀਨੀਅਰ ਲੀਡਰ ਹੈ ਮਦਨ ਮੋਹਨ ਮਿੱਤਲ, ਉਹਨੂੰ ਫਟਾਫਟ ਭੇਜਿਆ ਗਿਆ ਫਾਜ਼ਿਲਕਾ ਗੱਲ ਕਰਨ ਵਾਸਤੇ ਜੀ। ਮਾਫ ਕਰਨਾ, ਮਦਨ ਮੋਹਨ ਮਿੱਤਲ ਕਦੋਂ ਦਾ ਲੀਡਰ ਹੈ ਬਹੁਤੇ ਲੋਕਾਂ ਨੂੰ ਪਤਾ ਨਹੀਂ ਕਿ 1988 'ਚ ਭਾਜਪਾ ਦਾ ਪ੍ਰਧਾਨ ਹਿੱਤ ਬਿਲਾਸੀ ਹੁੰਦਾ ਸੀ ਜੀ। ਚੰਡੀਗੜ੍ਹ ਬੱਸ ਅੱਡੇ ਦੇ ਬਾਹਰ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਉਹਦੇ ਤੋਂ ਬਾਅਦ ਜਿਹੜੀ ਪਹਿਲੀ ਮੀਟਿੰਗ ਹੋਈ ਅਗਲੇ ਦਿਨ, ਉਹਦੇ 'ਚ ਉਹਦੇ ਵਾਲੀ ਜਿਹੜੀ ਸਿਆਸੀ ਵਿਰਾਸਤ ਦੀ ਪੱਗ ਸੀ ਉਹ ਮਦਨ ਮੋਹਨ ਮਿੱਤਲ ਦੇ ਸਿਰ ਤੇ ਬੰਨ੍ਹੀ ਗਈ ਸੀ। ਉਦੋਂ ਹੋਰ ਕੋਈ ਬੰਦਾ ਆਪਣੇ ਸਿਰ ਦੇ ਉੱਤੇ ਉਹ ਪੱਗ ਬਣਾਉਣ ਨੂੰ ਤਿਆਰ ਨਹੀਂ ਸੀ ਕਿਉਂਕਿ ਖਤਰਾ ਦਿਸਦਾ ਸੀ ਜਾਨ ਦਾ। ਅੱਜ ਕੱਲ੍ਹ ਭਾਵੇਂ ਮਦਨ ਮੋਹਨ ਮਿੱਤਲ ਨੂੰ ਵੀ ਪਾਸੇ ਕਰੀ ਬੈਠੇ ਆ ਜੀ ਜੀ, ਉਹਨੂੰ ਬਹੁਤੀ ਪਰਵਾਹ ਨਹੀਂ ਕਰਦੇ, ਪਰ ਜਦੋਂ ਸੁਰਜੀਤ ਕੁਮਾਰ ਜਿਆਣੀ ਨੇ ਆਹ ਗੱਲ ਕਹਿ ਦਿੱਤੀ ਤੇ ਇਹਦੇ ਤੋਂ ਬਾਅਦ ਕੋਈ ਹੋਰ ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ ਕੋਈ ਲੀਡਰ ਨਹੀਂ ਸਮਝਿਆ। ਕੇਂਦਰ ਦੇ ਹਾਈ ਕਮਾਂਡ ਜਿਹੜੀ ਆ ਭਾਜਪਾ ਦੀ, ਉਹਨਾਂ ਨੂੰ ਉਦੋਂ ਫਿਰ ਮਦਨ ਮੋਹਨ ਮਿੱਤਲ ਯਾਦ ਆਇਆ ਕਿ ਮਿੱਤਲ ਵੀ ਹੈ, ਮਿੱਤਰ ਵੀ ਹੈ, ਸੀਨੀਅਰ ਵੀ ਹੈ, ਇਹਨੂੰ ਸੁਰਜੀਤ ਕੁਮਾਰ ਜਿਆਣੀ ਦੇ ਕੋਲ ਭੇਜੋ। ਉਹ ਵੀ ਗੇੜਾ ਮਾਰ ਕੇ ਆ ਗਿਆ, ਪਰ ਜਿਆਣੀ ਅਜੇ ਤੱਕ ਮੰਨਿਆ ਨਹੀਂ। ਜਿਆਣੀ ਕਹਿੰਦਾ ਮੇਰਾ ਅਸਤੀਫਾ ਲੈਣਾ ਲੈ ਲਓ, ਪਰ ਮੈਂ ਕੇਂਦਰ ਦੀਆਂ ਇਹਨਾਂ ਨੀਤੀਆਂ ਨਾਲ ਸਹਿਮਤ ਨਹੀਂ। ਮੈਂ ਖੁੱਲ੍ਹ ਕੇ ਕਿਸਾਨਾਂ ਨਾਲ ਖੜਾ ਰਹੂੰਗਾ ਕਿਉਂਕਿ ਮੈਂ ਇਕੱਲਾ ਭਾਜਪਾ ਦਾ ਲੀਡਰ ਤੇ ਵਿਧਾਇਕ ਹੀ ਨਹੀਂ, ਮੈਂ ਲੋਕਾਂ ਦਾ ਲੀਡਰ ਵੀ ਹਾਂ ਤੇ ਮੈਂ ਖੁਦ ਕਿਸਾਨ ਵੀ ਹਾਂ। ਇਸ ਕਰਕੇ ਕਿਸਾਨਾਂ ਨਾਲ ਧੱਕਾ ਹੁੰਦਾ ਨਹੀਂ। ਬਿਲਕੁਲ। ਇਹਦੇ ਤੋਂ ਤਾਂ ਇੱਦਾਂ ਲੱਗਦਾ ਕਿ ਜਿਹੜੇ ਭਾਜਪਾ 'ਚ ਬਾਕੀ ਦੇ ਕਿਸਾਨੀ ਵਿੱਚੋਂ ਆਏ ਹੋਏ ਲੀਡਰ ਨੇ, ਜਿਹੜੇ ਖੁਦ ਖੇਤੀ ਕਰਦੇ ਨੇ ਜਾਂ ਖੇਤੀ ਕਿੱਤੇ ਨਾਲ ਜੁੜੇ ਹੋਏ ਨੇ ਕਿਸੇ ਨਾ ਕਿਸੇ ਰੂਪ ਵਿੱਚ, ਕੱਲ੍ਹ ਨੂੰ ਉਹਨਾਂ 'ਚੋਂ ਵੀ ਕਿਸੇ ਦੀ ਜ਼ਮੀਰ ਜਾਗ ਸਕਦੀ ਹੈ। ਇਹਨਾਂ ਦਾ ਭਾਜਪਾ ਦਾ ਜਿਹੜਾ ਪੰਜਾਬ ਦਾ ਕਿਸਾਨ ਸੈੱਲ ਦਾ ਕਨਵੀਨਰ ਸੀ, ਸ਼ਾਇਦ ਉਹਦਾ ਨਾਮ ਤਰਲੋਚਨ ਸਿੰਘ ਸੀ, ਉਹ ਵੀ ਆ 3 ਦਿਨ ਪਹਿਲਾਂ ਛੱਡ ਗਿਆ। ਜੀ। ਔਰ ਛੱਡ ਕੇ ਚੰਡੀਗੜ੍ਹ 'ਚ ਕਿਸਾਨ ਜਥੇਬੰਦੀਆਂ ਦੀ 29 ਜਥੇਬੰਦੀਆਂ ਦੀ ਮੀਟਿੰਗ ਵਿੱਚ ਉਹਨੇ ਜਾ ਕੇ ਆਖਿਆ ਜੀ ਮੈਂ ਜੋ ਕੁਝ ਪਿੱਛੇ ਸੀ ਉਹ ਰਹਿ ਗਿਆ, ਮੈਂ ਹੁਣ ਤੁਹਾਡੇ ਨਾਲ, ਬੋਲੋ ਕੀ ਕਰਨਾ, ਮੈਂ ਤੁਹਾਡੇ ਨਾਲ ਖਲੋਂਗਾ। ਹੋਰ ਕਈ ਛੱਡ ਗਏ ਨੇ। ਇਹ ਸੁਰਜੀਤ ਕੁਮਾਰ ਜਿਆਣੀ ਵਾਲਾ ਵਰਤਾਰਾ ਜੇ ਅੱਗੇ ਵਧੂਗਾ। ਤੇ ਚਲੋ ਵੈਸੇ ਤਾਂ ਗੱਲ ਚੰਗੀ ਹੈ ਕਿਉਂਕਿ ਹੁਣ ਜੇ ਚਰਚਾ ਚੱਲੀ ਆ ਵੀ ਭਾਜਪਾ ਦੇ ਜਿਹੜੇ ਦੂਸਰੇ ਲੀਡਰ ਇਹ ਸਮਝਦੇ ਆ ਕਿ ਵੀ ਇੱਕ ਵਾਰ ਗੱਲ ਕਰਨੀ ਚਾਹੀਦੀ, ਘੱਟੋ ਘੱਟ ਉਹਨਾਂ ਨੂੰ ਵੀ ਉੱਥੇ ਬਿਠਾ ਕੇ ਗੱਲ ਕਰਨਗੇ। ਇਹ ਨਹੀਂ ਨਾ ਕਿ ਕੁੰਡਾ ਮਾਰ ਕੇ ਜਿਹੜੇ ਪਹਿਲਾਂ ਫਾਈਲਾਂ ਲੈ ਕੇ ਅੰਦਰ ਬੈਠੇ ਉਹਨਾਂ ਤੋਂ ਸਲਾਹ ਲੈ ਕੇ ਬਿਆਨ ਦਾਗੀ ਜਾਣ ਦਿੱਲੀਓਂ, ਉਹ ਵੀ ਤਾਂ ਗੱਲ ਚੰਗੀ ਨਹੀਂ। ਕੁਛ ਲੀਡਰ ਇਹਨਾਂ ਦੇ ਹੈਗੇ ਨੇ
ਜਿਹੜੇ ਬਸ ਇਸ ਕੰਮ ਵਾਸਤੇ ਹੀ ਆ। ਇੱਥੇ ਪੰਜਾਬ 'ਚ ਕੋਈ ਪੁੱਛੇ ਨਾ ਪੁੱਛੇ, ਜਦੋਂ ਉਹਨਾਂ ਨੂੰ ਕੋਈ ਪੁੱਛੋ मैं तो दिल्ली बैठा हूँ, जहाँ प्रधान जी ने बोला है तुम अभी पंजाब मत जाना, तुम यहाँ रहो, तुम्हारी सलाह करने की जरूरत है, तुमसे विचार विमर्श किया जाएगा। वो ये हुण दे रिवाज नहीं गा बड़ा। एक बारी कांग्रेस वालों ने दिल्ली मीटिंग सद ली सी जी, ते जिन्हें लगड़ भुगड़ कांग्रेसी सी वो भी दिल्ली चले गए, तो उत्थों जाके कई तो दिल्ली जाने के बजाय ना शिमले चले गए सी, तो उत्थों जाके हर अफसर ਨੂੰ ਫੋਨ ਕਰੀ ਜਾਂਦੇ ਸੀ ਉਹ ਫਲਾਣੇ ਦਾ ਕੰਮ ਹੈ ਜੀ, ਉਹ ਤੁਸੀਂ ਜਰਾ ਕਰਵਾ ਦਿਓ ਮੈਨੂੰ। ਤਾਂ ਸਰਦਾਰ ਬਿਆਨ ਸਿੰਘ ਹੋਰਾਂ ਨੇ, ਮੁੱਖ ਮੰਤਰੀ ਨੇ ਆਖਿਆ ਤੂੰ ਅਜੇ ਪੰਜਾਬ ਨਹੀਂ ਜਾਣਾ, ਤੇਰੀ ਇੱਥੇ ਲੋੜ ਆ, ਮੈਂ ਤੇਰੇ ਨਾਲ ਕੋਈ ਸਲਾਹ ਕਰਨੀ, ਜਾਵੀਂ ਨਾ। ਅੱਛਾ, ਮੁੜ ਕੇ ਇੱਕ ਵਾਰੀ ਅਕਾਲੀਆਂ ਨੇ ਉੱਥੇ ਵਿਚਾਰ ਮੰਥਨ ਰੱਖ ਲਿਆ ਉੱਥੇ ਸ਼ਿਮਲੇ 'ਚ ਜੀ, ਸਾਰੀ ਅਕਾਲੀ ਲੀਡਰਸ਼ਿਪ ਉੱਥੇ, ਤੇ ਜਿੰਨੇ ਆ ਮੋਢੇ ਤੇ ਪੀੜਾ ਪਰਨਾ ਸੁੱਟਣ ਵਾਲੇ ਸੀ ਇਹ ਸਾਰੇ ਹੀ ਸ਼ਿਮਲੇ ਜਾ ਵੜੇ, ਅੱਡ ਅੱਡ ਹੋਟਲਾਂ 'ਚ ਨਾਲੇ ਪੈਗ ਲਾਈ ਜਾਣ ਤੇ ਨਾਲੇ ਉੱਥੇ ਉਹ ਮੁਰਗੇ ਦੀਆਂ ਲੱਤਾਂ ਚੱਬ ਕੇ ਤੇ ਇੱਥੇ ਅਫਸਰਾਂ ਨੂੰ ਫੋਨ ਕਰੀ ਜਾਣ ਮੈਨੂੰ ਤਾਂ ਜੀ ਬਾਦਲ ਸਾਹਿਬ ਨੇ ਸੱਦਿਆ। ਕਿਸੇ ਸੱਦਿਆ ਸੁੱਦਿਆ ਨਹੀਂ ਸੀ। ਉੱਦਾਂ ਦੇ ਹੀ ਇਸ ਵੇਲੇ 5-6 ਜਣੇ ਭਾਜਪਾ ਦੇ ਆ ਜਿਹੜੇ ਦਿੱਲੀ ਬੈਠੇ ਆ, ਸਾਰਿਆਂ ਦੇ ਫੋਨ ਘੁਮਾਈ ਜਾਂਦੇ ਆ। ਉਹ ਅਸਲ ਵਿੱਚ ਉਹ ਇਹੋ ਜਿਹੇ ਬੰਦੇ ਆ ਜਿਹੜੇ ਕਿਸੇ ਪਾਸੇ ਗੱਲ ਜੀ ਨਹੀਂ ਲੱਗਣ ਦਿੰਦੇ। ਉਹਨਾਂ ਨੂੰ ਪਤਾ ਜਦੋਂ ਗੱਲ ਲੱਗ ਗਈ ਉਦੋਂ ਫਿਰ ਆਪਣੀ ਪੁੱਛ-ਗਿੱਛ ਘਟ ਜਾਣੀ ਹੈ। ਜਦ ਤੱਕ ਰੌਲਾ ਪੈਂਦਾ ਆਪਣੀ ਪੁੱਛ-ਗਿੱਛ। ਸੋ ਇਹ ਗੱਲ ਕਿਤੇ ਨਾ ਕਿਤੇ ਲੱਗਦੀ ਤਾਂ ਹੈ ਜੀ, ਕਿਉਂਕਿ ਹੁਣ ਜੇ ਗੱਲ ਕਰਦੇ ਆ ਭਾਜਪਾ ਦੇ ਸੀਨੀਅਰ ਲੀਡਰਾਂ ਨਾਲ ਤੇ ਉਹ ਕਹਿੰਦੇ ਵੀ ਅਸੀਂ ਗੱਲ ਕਰਨ ਨੂੰ ਤਿਆਰ ਆ। ਹੁਣ ਜੇ ਜੈਣੀ ਸਾਹਿਬ ਆ ਤਾਂ ਉਹ ਪ੍ਰਧਾਨ ਨੇ ਖੁਦ ਉਸ ਕਮੇਟੀ ਦੇ, ਉਹ ਕਹਿੰਦੇ ਅਸੀਂ ਵੀ ਗੱਲ ਕਰਨ ਨੂੰ ਤਿਆਰ ਆ। ਫਿਰ ਕਿਹੜੇ ਬੰਦੇ ਜਿਹੜੇ ਚਾਬੀ ਘੁਮਾ ਰਹੇ, ਇਹ ਭਾਜਪਾ ਨੂੰ ਖੁਦ ਵੀ ਝਾਤੀ ਮਾਰਨੀ ਚਾਹੀਦੀ ਹੈ। ਇੱਕ ਵਾਰ ਸੋ ਆਪਾਂ ਗੱਲ ਕਰ ਲਈਏ ਸਿਰਸੇ ਵਾਲੇ ਸਾਧ ਦੀ। ਸਿਰਸੇ ਵਾਲਾ ਸਾਧ ਵਾਹਵਾ ਚਿਰ ਦਾ ਅੰਦਰ ਆ ਅਤੇ ਬੜੇ ਚਿਰ ਦੀਆਂ ਉਹਦੀਆਂ ਪੈਰੋਲ ਦੇ ਲਈ ਅਰਜ਼ੀਆਂ ਆਉਂਦੀਆਂ ਰਹੀਆਂ, ਰੱਦ ਹੁੰਦੀਆਂ ਰਹੀਆਂ, ਆਉਂਦੀਆਂ ਰਹੀਆਂ, ਰੱਦ ਹੁੰਦੀਆਂ ਰਹੀਆਂ। ਪਰ ਹੁਣ ਜਦੋਂ ਇਹ ਕਰੋਨੇ ਦਾ ਰੌਲਾ ਸੀਗਾ, ਜਦੋਂ ਇਹ ਕਿਸਾਨਾਂ ਦੇ ਨਾਲ ਇਹ ਹੋਏ ਨਵੇਂ ਬਿੱਲਾਂ ਤੋਂ ਬਾਅਦ ਸਾਰੇ ਪਾਸੇ ਧਰਨਿਆਂ ਵਾਲੇ ਪਾਸੇ ਧਿਆਨ ਸੀ, ਉਦੋਂ ਅਚਾਨਕ ਤੋਂ ਇੱਕ ਦਿਨ ਦੀ ਪੈਰੋਲ ਬਾਬੇ ਨੂੰ ਮਿਲਦੀ ਹੈ ਅਤੇ ਹਰਿਆਣਿਓਂ ਕੱਢ ਕੇ ਅਤੇ ਗੁਰੂਗ੍ਰਾਮ ਲੈ ਕੇ ਜਾਂਦੇ ਆ ਅਤੇ ਉੱਥੇ ਇੱਕ ਹਸਪਤਾਲ 'ਚ ਮਾਤਾ ਦੀ ਕੋਲ ਰੱਖਦੇ ਵੀ ਆ ਸਾਰਾ ਦਿਨ। ਉਹ ਕੀ ਚੀਜ਼ ਆ ਜੀ? ਯਾਰ ਤੁਸੀਂ ਪਹਿਲਾਂ ਉਹਨੂੰ ਸਿਰਸੇ ਵਾਲਾ ਸਾਧ ਆਖ ਕੇ ਇੰਨਾ ਕਿਉਂ ਨਿੰਦ ਦਿੰਦੇ ਹੋ? ਹਾਂਜੀ, ਜਿੱਦਣ ਉਹਨੂੰ ਬਲਾਤਕਾਰ ਦੇ 2 ਕੇਸਾਂ 'ਚ ਇਕੱਠੇ ਦੋਸ਼ੀ ਠਹਿਰਾਤਾ ਗਿਆ ਜੀ, ਸਜ਼ਾ ਦੇ ਦਿੱਤੀ ਗਈ, ਮੈਂ ਉਦਣ ਵੀ ਕਈਆਂ ਲੋਕਾਂ ਨੂੰ ਤੇ ਲੋਕੜੀਆਂ ਨੂੰ ਰੋਂਦਿਆਂ ਵੇਖਿਆ ਸੀ। ਸਾਡੇ ਪਰਮ ਪੂਜਿਆ ਪਿਤਾ ਜੀ ਇਸ ਵੇਲੇ ਬਹੁਤ ਵੱਡੀ ਪਰਖ ਦੀ ਘੜੀ 'ਚੋਂ ਨਿਕਲ ਰਹੇ ਨੇ। ਸੱਚਾ ਪਾਤਸ਼ਾਹ ਜਿਹੜਾ ਸਤਿਗੁਰੂ ਗਾ ਉੱਪਰ ਉਹਨਾਂ 'ਤੇ ਮਿਹਰ ਕਰੂਗਾ ਔਰ ਉਹ ਸਾਡਾ ਕਸ਼ਟ ਭੁਗਤਣ ਵਾਸਤੇ। ਉਹ ਕਹਿੰਦੇ ਆ ਜੀ ਬਾਬਾ ਜੀ ਨੇ ਕੋਈ ਅਪਰਾਧ ਨਹੀਂ ਕੀਤਾ, ਕੋਈ ਜੁਰਮ ਨਹੀਂ ਕੀਤਾ। ਉਹ ਤਾਂ ਇਹ ਆ ਕਿ ਪਾਪ ਸਾਡੇ ਤੋਂ ਹੋਏ ਆ ਤੇ ਸਾਡੇ ਪਾਪਾਂ ਦੀ ਖਾਤਰ ਬਾਬੇ ਨੂੰ ਜੇਲ੍ਹ ਜਾਣਾ ਪੈ ਗਿਆ ਜੀ। ਤੁਸੀਂ ਇਹਨੂੰ ਸਿਰਸੇ ਵਾਲਾ ਸਾਧ ਆਖੀ ਜਾਂਦੇ ਜੀ। ਉਹ ਸਾਧ ਨਹੀਂ, ਉਹ ਤਾਂ ਨਾ ਪਰਮ ਪੂਜਿਆ ਪਿਤਾ ਜੀ ਆ। ਔਰ ਜਿਹੜੀ ਹਨੀਪ੍ਰੀਤ ਬਾਰੇ ਲੋਕ ਨਹੀਂ ਨਾ ਕਹਿਦਾ, ਮੈਂ ਤਾਂ ਸਾਧ ਹੀ ਕਹੂੰਗਾ। ਦੱਸੋ, ਉਹ ਜਿਹੜੀ ਹਨੀਪ੍ਰੀਤ ਹੈ ਉਹ ਕਹਿੰਦੀ ਮੈਂ ਬਾਬੇ ਦੀ ਧੀ ਆ, ਲੋਕੀ ਕਹਿੰਦੇ ਪਤਾ ਨਹੀਂ ਕੀ ਆ। ਉਹ ਜਿਹੜੀ ਆ ਉਹਦੇ ਨਾਲ ਜਿਹੜੀ ਹੈਲੀਕਾਪਟਰ ਦੇ ਉੱਤੇ ਵੀ ਬਗੈਰ ਕਿਸੇ ਅਥਾਰਟੀ ਤੋਂ ਸਰਕਾਰੀ ਹੈਲੀਕਾਪਟਰ ਤੇ ਚੰਡੀਗੜ੍ਹ ਤੋਂ ਰੋਹਤਕ ਤੱਕ ਗਈ ਔਰ ਚਾਕਲੇਟ ਖਾਂਦੀ ਹੱਸਦੀ ਗਈ। ਸ਼ਾਇਦ ਇਸ ਕਰਕੇ ਹੱਸਦੀ ਗਈ ਹੋਵੇ ਕਿ ਚੰਗਾ ਚੱਲਿਆ ਜੇਲ੍ਹ ਨੂੰ। ਅੱਛਾ, ਉਹਦਾ ਵੀ ਰੌਲਾ ਪੈਂਦਾ ਰਿਹਾ ਜੀ। ਦੂਸਰੀ ਇੱਕ ਬੀਬੀ ਜਿਹੜੀ ਵਿਪਾਸ਼ਨਾ ਹੰਸਾ ਸੀ, ਉਹਦੇ ਬਾਰੇ ਵੀ ਕਿੰਨੀਆਂ ਗੱਲਾਂ ਹੁੰਦੀਆਂ ਨੇ। ਕੋਈ ਪ੍ਰਬੰਧਕ ਆ ਜਾਂ ਕਿੱਦਾਂ ਦੇ ਉਹਦਾ ਪ੍ਰਬੰਧ, ਕੀ ਉਹਦੇ ਉੱਥੇ ਭੂਮਿਕਾ। ਇਹ ਡੇਰਾ ਬਹੁਤ ਲੰਬੀ ਚੌੜੀ ਚਰਚਾ 'ਚ ਰਿਹਾ। ਹੁਣ ਇਸ ਡੇਰੇ ਨਾਲ ਕਿਉਂਕਿ ਸਭ ਤੋਂ ਸ਼ੁਰੂ ਤੋਂ ਜਿਹੜਾ ਪਹਿਲਾ ਵਿਰੋਧ ਸੀ ਮੇਰੇ ਨਾਲ ਸ਼ੁਰੂ ਹੋਇਆ ਸੀ, ਮੈਂ ਹੀ ਇਹਦੇ ਖਿਲਾਫ ਲਿਖਿਆ ਸੀ ਜੀ। ਅਤੇ ਸਾਡੇ ਅਖਬਾਰ ਦੇ ਉਦੋਂ ਕਾਪੀ ਮੇਰਾ ਖਿਆਲ 2.5 ਰੁਪਏ ਦੀ ਹੁੰਦੀ ਸੀ, ਜਿਹਦੀਆਂ ਫੋਟੋਸਟੇਟ ਕਾਪੀਆਂ 50-50 ਰੁਪਏ ਨੂੰ ਵਿਕੀਆਂ ਸੀ ਅਤੇ ਮੇਰੇ ਦਫ਼ਤਰ ਤੱਕ ਧਮਕੀ ਦੇਣ ਆਏ ਸੀ। ਉਹ ਧਮਕੀ ਵਾਲੀ ਚਿੱਠੀ ਦੀ ਅਜੇ ਵੀ ਮੇਰੇ ਕੋਲ ਪਈ ਹੈ ਜੀ। ਅੱਛਾ, ਉਹ ਜਿਹੜੇ ਹੈਗੇ ਸੀ ਜਿਹੜੇ ਲਿਖਤੀ ਆਪਣੇ ਉਹ ਦੇ ਕੇ ਗਏ, ਅਜੇ ਤੱਕ ਪਈ ਹੈ, ਕੋਈ ਗੱਲ ਨਹੀਂ। ਹੁਣ ਉਹ ਬਾਬਾ ਜਿਹੜਾ ਜਦੋਂ ਜੇਲ੍ਹ ਵਿੱਚ ਚਲਾ ਗਿਆ, ਉਹਨੇ ਕਿੰਨੇ ਪਖੰਡ ਕੀਤੇ। ਮੇਰੇ ਤਾਂ ਜੀ ਉੱਥੇ ਇੱਕ ਸੇਵਾਦਾਰ ਆ, ਉਹਦੀ ਧੀ ਦਾ ਵਿਆਹ, ਅਤੇ ਉਹ ਕਹਿੰਦੀ ਪਿਤਾ ਜੀ ਬਾਹਰ ਆਉਣਗੇ ਮੈਂ ਫਿਰ ਵਿਆਹ ਕਰਾਉਣਾ। ਹਾਈ ਕੋਰਟ ਨੇ ਆਖਿਆ ਦਵਾ ਨਹੀਂ, ਕੋਈ ਰੋਲ ਨਹੀਂ ਮਿਲਣੀ। ਕੱਲ੍ਹ ਨੂੰ ਦੂਜੇ ਸੇਵਾਦਾਰ ਦੀ ਧੀ ਹੋਊ, ਉਹ ਆਖੂ ਮੈਂ ਪਿਤਾ ਜੀ ਦੇ ਆਇਆ ਤੋਂ ਵਿਆਹ ਕਰਾਉਣਾ, ਫਿਰ ਉਹੀ ਕੰਮ ਰਹਿ ਜੂ। ਫਿਰ ਆਖਿਆ ਮੇਰੀ ਮਾਂ ਦਾ ਆਪਰੇਸ਼ਨ ਹੈ, ਮਾਂ ਦੇ ਆਪਰੇਸ਼ਨ ਦੇ ਬਹਾਨੇ ਬਾਹਰ ਆਉਣਾ ਚਾਹੁੰਦਾ ਸੀ। ਸਾਰੀ ਪੁਲਿਸ ਨੇ ਕਹਿਤਾ ਜੀ ਇੱਕ ਵਾਰੀ ਆ ਗਿਆ ਮੁੜ ਕੇ ਉਹਨੂੰ ਫੜਨਾ ਔਖਾ ਹੋ ਜਾਊਗਾ, ਤੁਸੀਂ ਨਾ ਲਿਆਓ। ਔਰ ਡਾਕਟਰਾਂ ਨੇ ਵੀ ਕਹਿ ਦਿੱਤਾ ਕਿ ਉਹੋ ਜਿਹੀ ਕੋਈ ਗੱਲ ਨਹੀਂ ਕਿ ਉਹ ਆਪਰੇਸ਼ਨ ਇਹਦੀ ਗੈਰਹਾਜ਼ਰੀ 'ਚ ਨਹੀਂ ਹੋ ਸਕਦਾ, ਰੱਦ ਹੋ ਗਈ। ਫਿਰ ਇਹਨੇ ਆਖਿਆ ਕਿ ਡੇਰੇ 'ਚ ਮੇਰੀ ਇੰਨੇ ਏਕੜ ਕਣਕ ਹੈ, ਖੇਤ ਆ, ਮੈਂ ਫਸਲ ਆਪਣੇ ਜਾ ਕੇ ਸਾਂਭਣੀ ਆ। ਉਹਨੇ ਆਖਿਆ ਜੀ ਬਾਕੀ ਕਹਿੰਦੇ ਤੇ ਫਸਲ ਸਾਂਭਣ ਜਾਂਦੇ ਨਹੀਂ, ਤੇਰੇ ਕੋਲ ਡੇਰੇ 'ਚ ਉੱਥੇ 2000 ਬੰਦੇ, ਤੇਰੇ ਫਸਲ ਨਹੀਂ ਸਾਂਭ ਸਕਦੇ, ਪਰੋਲ ਨਹੀਂ ਮਿਲ ਸਕਦੀ। ਸਾਰੇ ਕੰਮ ਕੀਤੇ ਉਹਨੂੰ ਪਰੋਲ ਨਹੀਂ ਮਿਲੀ। ਪਰ ਇਸ ਵਾਰੀ ਉਹ ਅਦਾਲਤ ਵਿੱਚ ਗਿਆ ਹੀ ਨਹੀਂ। ਅਦਾਲਤ ਵਿੱਚੋਂ ਪਰੋਲ ਮੰਗਦਾ ਸੀ, ਮਿਲੀ ਨਹੀਂ। ਹੁਣ ਅਦਾਲਤ ਵਿੱਚ ਗਿਆ ਹੀ ਨਹੀਂ, ਸੁਣਿਆ ਸੀ। ਜੇ ਗਿਆ ਤਾਂ ਚੁੱਪ ਚਪੀਤੇ ਗਿਆ ਉਹ। ਅਚਾਨਕ ਇੱਕ ਦਿਨ ਰੋਹਤਕ ਦੀ ਜੇਲ੍ਹ ਵਿੱਚੋਂ ਉੱਥੋਂ ਦੇ ਸੰਬੰਧਿਤ ਜ਼ਿਲ੍ਹਾ ਅਧਿਕਾਰੀਆਂ ਨੂੰ, ਪੁਲਿਸ ਵਾਲਿਆਂ ਨੂੰ ਚਿੱਠੀ ਆਉਂਦੀ ਹੈ ਸੀਕਰਟ ਕਿ ਇੰਨੀ ਫੋਰਸ ਦਾ ਪ੍ਰਬੰਧ ਕਰੋ ਜੀ। ਇਹਨੇ ਰਾਮ ਰਹੀਮ ਸਿੰਘ ਨੇ ਗੁਰੂਗ੍ਰਾਮ ਦੇ ਜਿਹੜਾ ਪੁਰਾਣਾ ਗੁੜਗਾਉਂ ਹੁੰਦਾ ਸੀ ਜੀ, ਉੱਥੇ ਇਹਨੇ ਹਸਪਤਾਲ 'ਚ ਆਪਣੀ ਮਾਂ ਨੂੰ ਵੇਖਣ ਜਾਣਾ।
ਉਹਦੇ ਉੱਤੇ ਉੱਪਰੋਂ ਮੁੱਖ ਮੰਤਰੀ ਤੱਕ ਸਾਰਾ ਕੁਝ ਤੈਅ ਹੋਇਆ। ਬਾਬੇ ਨੂੰ ਚੁੱਪ ਚਪੀਤਾ ਲੈ ਕੇ ਜਾਂਦੇ ਆ। ਉੱਥੇ ਜਿਹੜੇ ਫਲੋਰ ਦੇ ਉੱਤੇ ਉਹਨੇ ਜਾਣਾ, ਪਹਿਲਾਂ ਤੇ ਉਹਦੀ ਅੰਡਰਗਰਾਊਂਡ ਪਾਰਕਿੰਗ ਜਿਹੜੀ ਬੇਸਮੈਂਟ ਹੈ, ਉੱਥੇ ਉਹਦੀ ਗੱਡੀ ਲਵਾਈ ਜਾਂਦੀ ਆ ਤੇ ਉਨੀ ਦੇਰ ਤੱਕ ਹੋਰ ਕਿਸੇ ਦੀ ਗੱਡੀ ਨਹੀਂ ਲੱਗਣ ਦਿੰਦੇ। ਉੱਥੋਂ ਲਿਫਟ ਵਿੱਚ ਸਿੱਧਾ ਉੱਥੇ ਲੈ ਜਾਂਦੇ ਉਸ ਫਲੋਰ ਤੇ ਜਿੱਥੇ ਉਹਦੀ ਮਾਤਾ ਦਾਖਲ ਹੈ। ਫਿਰ ਉਹਦੇ ਜਾਣ ਤੋਂ ਪਹਿਲਾਂ ਉਸ ਫਲੋਰ ਦੇ ਉੱਤੇ ਜਿੰਨੇ ਕਮਰੇ ਆ ਸਾਰੇ ਕਮਰੇ ਖਾਲੀ ਕਰਾ ਦਿੰਦੇ, ਕੋਈ ਮਰੀਜ਼ ਨਹੀਂ ਉੱਥੇ ਰਹਿਣ ਦਿੰਦੇ। ਉਸ ਤੋਂ ਬਾਅਦ ਇਹ ਜਾਂਦਾ ਮਾਈ ਨੂੰ ਮਿਲਦਾ। ਇਹ ਸਾਰਾ ਕੁਝ ਕਰਵਾ ਦਿੱਤਾ ਜਿਹੜੀ ਸਰਕਾਰ ਨੇ। ਜੇ ਉਹ ਸਰਕਾਰ ਆਖੇ ਕਿ ਅਸੀਂ ਕੁਝ ਗਲਤ ਨਹੀਂ ਕੀਤਾ, ਤੇ ਪਹਿਲਾ ਸਵਾਲ ਇਹ ਹੈ ਕਿ ਜੇ ਗਲਤ ਨਹੀਂ ਸੀ ਤੇ ਇਹ ਪਤਾ ਲੱਗਾ 24 ਤਰੀਕ ਦੀ ਘਟਨਾ ਜੀ, 24 ਤੋਂ ਬਾਅਦ 7 ਦਿਨ ਉਹ ਤੇ 7 ਹੋਰ, ਇਹ 24 ਵਾਲੀ ਘਟਨਾ 14 ਦਿਨ ਤੱਕ ਦੱਬੀ ਕਿਉਂ ਰਹੀ ਆ ਜੀ? ਜੇ ਗਲਤ ਕੁਝ ਨਹੀਂ ਸੀ, ਜਾਣ ਲੱਗਿਆ ਤਾਂ ਸੀਕ੍ਰੇਸੀ ਰੱਖੀ ਹੋ ਕਿ ਬਾਬੇ ਦੀ ਜਾਨ ਦਾ ਖਤਰਾ। ਜਦੋਂ ਵਾਪਸ ਆ ਗਿਆ ਫਿਰ ਸੀਕ੍ਰੇਸੀ ਕਾਹਦੀ, ਫਿਰ ਕਿਉਂ ਭੇਦ ਰੱਖਿਆ ਗਿਆ, ਲੁਕਾ ਕੇ ਕਿਉਂ ਰੱਖੀ ਗਈ ਗੱਲ? ਜੀ ਜੀ, ਅਗਲੇ ਦਿਨ ਕਹਿ ਸਕਦੇ ਸੀ ਕਿ ਉਹਨੂੰ ਚੁੱਪ ਚਪੀਤੇ ਜੀ ਇਸ ਤਰ੍ਹਾਂ ਪਰੋਲ ਦਵਾਈ ਸੀ ਤੇ ਉੱਥੇ ਜਾ ਕੇ ਆਪਣੀ ਮਾਂ ਨੂੰ ਵੇਖਿਆ ਤੇ ਵਾਪਸ ਆ ਗਿਆ ਜੇਲ੍ਹ 'ਚ। ਇੰਨੇ ਦਿਨ ਤੱਕ ਲੁਕਾਉਣ ਦਾ ਹੀ ਮਤਲਬ ਇਹ ਆ ਕਿ ਜਾਂ ਤਾਂ ਇਹ ਆ ਕਿ ਦਾਲ ਦੇ ਵਿੱਚ ਕੁਝ ਕਾਲਾ, ਜਾਂ ਫਿਰ ਇਹ ਆ ਕਿ ਸਾਰੀ ਦਾਲ ਹੀ ਕਾਲੀ ਕੀਤੀ ਪਈ ਆ, ਚਾਰ ਚੁਫੇਰੇ ਕਾਲਾ ਜੀ। ਇਹ ਬਹੁਤ ਵੱਡੀ ਗੜਬੜ ਹੈ ਜਿਹਦੀ ਪੜਤਾਲ ਹੋਣੀ ਚਾਹੀਦੀ ਹੈ। ਇਹ ਅੱਜ ਨਹੀਂ ਕੱਲ੍ਹ ਸੀ, ਕਿਸੇ ਨਾ ਕਿਸੇ ਨੇ ਜਨਹਿਤ ਪਟੀਸ਼ਨ ਜੇ ਹਾਈ ਕੋਰਟ 'ਚ ਪਾਤੀ ਜਾਂ ਕਿਸੇ ਹੋਰ ਅਦਾਲਤ ਵਿੱਚ ਪਾਤੀ ਤੇ ਹਰਿਆਣੇ ਦੀ ਸਰਕਾਰ ਨੂੰ ਤੇ ਹਰਿਆਣੇ ਦੀ ਪੁਲਿਸ ਨੂੰ ਇਹਦਾ ਜਵਾਬ ਦੇਣਾ ਵੀ ਔਖਾ ਹੋ ਜਾਣਾ। ਵੀ ਜਦੋਂ ਹਾਈ ਕੋਰਟ 'ਚ ਉਹਨੇ 4 ਵਾਰ ਮੰਗੀ ਹੈ ਪਰੋਲ ਤੇ ਹਾਈ ਕੋਰਟ ਨੇ ਰੱਦ ਕੀਤੀ ਹੋਈ ਸੀ, ਫਿਰ ਅਦਾਲਤ ਨੂੰ ਦੱਸਿਆ ਨਹੀਂ ਜਾਂ ਇੰਨਾ ਭੇਦ ਰੱਖ ਕੇ ਇੰਨੇ ਗੁਪਤ ਤਰੀਕੇ ਨਾਲ, ਜਿਵੇਂ ਕਿਤੇ ਡਾਕਾ ਮਾਰਨ ਚੱਲੇ ਨੇ, ਇੱਕੋ ਤਰੀਕਾ ਇਸ ਤਰੀਕੇ ਨਾਲ ਉੱਥੋਂ ਲਿਜਾਇਆ ਜਾਵੇ। ਜੋ ਕੁਝ ਅੱਜ ਦੀਆਂ ਖਬਰਾਂ 'ਚ ਆਇਆ, ਜਿਹਦਾ ਅਜੇ ਤੱਕ ਕਿਸੇ ਨੇ ਖੰਡਨ ਵੀ ਨਹੀਂ ਕੀਤਾ, ਜੋ ਸਾਰਾ ਕੁਝ ਸੱਚ ਹੈ, ਇਹਦਾ ਮਤਲਬ ਕਿ ਜਿੱਦਾਂ ਦਾ ਬਾਬਾ ਸਾਜ਼ਿਸ਼ੀ ਸੀ, ਜਿੱਦਾਂ ਦਾ ਉਹਦੇ ਡੇਰੇ ਵਿੱਚ ਸਾਜ਼ਿਸ਼ੀ ਕੰਮ ਹੈ ਕਿ ਜਿਹੜੇ ਪਾਸੇ ਕੁੜੀਆਂ ਰਹਿੰਦੀਆਂ ਉਹ ਕੁੜੀਆਂ ਵਾਲੇ ਹਿੱਸੇ ਦੇ ਵਿੱਚ ਸੁਰੰਗ ਰਾਹੀਂ ਜਾਂਦਾ ਸੀ ਆਪਣੇ ਬੈਡਰੂਮ 'ਚੋਂ ਜੀ, ਐਨ ਉਸੇ ਤਰ੍ਹਾਂ ਦਾ ਹੁਣ ਫਿਰ ਗੁਪਤ ਤੇ ਸਾਜ਼ਿਸ਼ੀ ਢੰਗ ਨਾਲ ਉਹਦਾ ਗੇੜਾ ਜਿਹੜਾ ਉਹ ਗੁਰੂਗ੍ਰਾਮ ਦੇ ਹਸਪਤਾਲ ਦਾ ਮਰਵਾਇਆ ਗਿਆ। ਇਹਦੀ ਪੜਤਾਲ ਤਾਂ ਹੋਣੀ ਚਾਹੀਦੀ ਹੈ। ਕਰਾਵੇਗਾ ਕੌਣ? ਸਈਆਂ ਪੈ ਕੋਤਵਾਲ ਅਬ ਡਰ ਕਾਹੇ ਕਾ। ਜਦੋਂ ਪਾਰਟੀ ਉਸ ਦੀ ਸਰਕਾਰ ਹੈ ਜਿਹਨੂੰ ਚੋਣਾਂ 'ਚ ਬਾਬਾ ਮਦਦ ਦਿੰਦਾ, ਕਿਸੇ ਪੜਤਾਲ ਕਰਾਉਣੀ ਨਹੀਂ। ਜੀ, ਅੱਛਾ, ਇੱਕ ਸਭ ਹੋਰ ਚਰਚਾ 84 ਵਾਲੇ ਕੇਸ ਦੇ ਵਿੱਚ ਜਿਹੜੇ ਉਹ ਕਾਗਜ਼ ਮੰਗੇ ਗਏ ਸੀ ਤੇ ਉਹਦੇ 'ਤੇ ਮਨਾ ਕਰ ਦਿੱਤਾ ਗਿਆ, ਉਹ ਕੀ ਕਹਾਣੀ ਹੈ ਜੀ? ਦੇਖੋ, ਕਿਸੇ ਗੁਰਵਿੰਦਰ ਸਿੰਘ ਨਾਂ ਦੇ ਬੰਦੇ ਨੇ ਰਾਈਟ ਟੂ ਇਨਫੋਰਮੇਸ਼ਨ 'ਚ ਪੁੱਛਿਆ ਕਿ ਮੈਨੂੰ ਇਹ ਦੱਸੋ ਜੀ, ਆਪਰੇਸ਼ਨ ਬਲੂ ਸਟਾਰ 'ਚ ਕਿੰਨੇ ਲੋਕ ਮਾਰੇ ਗਏ ਸਨ, ਉਹ ਫੌਜੀ ਕਿੰਨੇ ਸਨ, ਸਿਵਲੀਅਨ ਕਿੰਨੇ ਸਨ, ਉਹਨਾਂ ਦੇ ਨਾਂ ਕੀ ਸੀ, ਇਹਦੇ ਤੋਂ ਇਲਾਵਾ ਇੱਥੋਂ ਉਹ ਕਿਹੜਾ ਸਮਾਨ ਸੀ ਜਿਹੜਾ ਤੁਸੀਂ ਲੈ ਗਏ ਤੇ ਉਹ ਕਿਹੜਾ ਸੀ ਜਿਹੜਾ ਤੁਸੀਂ ਵਾਪਸ ਕਰਤਾ ਤੇ ਕਿਹਨੂੰ ਕਰਤਾ, ਤੇ ਉਹ ਕਿਹੜਾ ਜਿਹੜਾ ਅਜੇ ਤੱਕ ਤੁਹਾਡੇ ਕੋਲ ਹੈ ਤੇ ਉਹ ਕਿਹੜੀ ਸਥਿਤੀ 'ਚ ਹੈ। ਜੀ, ਸਰਕਾਰ ਨੇ ਇਹਦਾ ਸਿੱਧਾ ਜਵਾਬ ਨਹੀਂ ਦਿੱਤਾ, ਪਰ ਇਹ ਕਹਿਤਾ ਕਿ ਉਹ 'ਚੋਂ ਬਹੁਤਾ ਸਮਾਨ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਨੂੰ ਦੇ ਚੁੱਕੇ ਹਾਂ। ਦੂਜਾ, ਉਹਨੇ ਆਖਿਆ ਕੁਝ ਡਾਕੂਮੈਂਟ ਸਾਡੇ ਕੋਲ ਨੇ, ਕਿਤਾਬਾਂ ਸਾਡੇ ਕੋਲ ਨੇ, ਸੋਨਾ ਤੇ ਸੋਨੇ ਦੇ ਗਹਿਣੇ, ਚਾਂਦੀ ਤੇ ਚਾਂਦੀ ਦੇ ਗਹਿਣੇ ਸਾਡੇ ਕੋਲ ਨੇ, ਪਰ ਕਿੰਨੇ ਇਹ ਨਹੀਂ ਦੱਸਿਆ। ਉਹਨੇ ਪੂਰੀ ਸੂਚਨਾ ਮੰਗੀ। ਹਰ ਵਿਭਾਗ ਦੇ ਵਿੱਚ ਇੱਕ ਅਫਸਰ ਨੂੰ ਆਈਓ ਯਾਨੀ ਇਨਫੋਰਮੇਸ਼ਨ ਅਫਸਰ ਬਣਾਇਆ ਹੁੰਦਾ। ਉਹਨਾਂ ਨੇ ਉੱਥੇ ਉਹਨੇ ਚਿੱਠੀ ਪਾਤੀ ਕਿ ਮੈਨੂੰ ਜਵਾਬ ਲੈ ਕੇ ਦਿਓ, ਉਹਨਾਂ ਵੀ ਜਵਾਬ ਨਹੀਂ ਦਿੱਤਾ। ਫਿਰ ਉਹ ਜਿਹੜਾ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਹੈ ਸੈਂਟਰ ਗੌਰਮੈਂਟ ਦਾ, ਇਨਫੋਰਮੇਸ਼ਨ ਕਮਿਸ਼ਨ ਵਿੱਚ ਉਹ ਚਲਾ ਗਿਆ, ਉੱਥੇ ਅਰਜੀ ਦਿੱਤੀ, ਉਹਨਾਂ ਸਰਕਾਰ ਤੋਂ ਜਵਾਬ ਮੰਗਿਆ, ਸਾਰਾ ਕੁਝ ਪੁੱਛਗਿੱਛ ਕਰਕੇ ਉਹਨਾਂ ਆਖਿਆ ਜੀ ਇਹ ਮਾਮਲਾ ਸੈਂਸਿਟਿਵ ਹੈ, ਇਹਦੇ ਤੋਂ ਵੱਧ ਹੋਰ ਜਵਾਬ ਨਹੀਂ ਦਿੱਤਾ ਜਾ ਸਕਦਾ। ਇਹ ਮਸਲਾ ਇੱਕ ਹੈ ਜੀ। ਦੂਜਾ ਇਹ ਕਿ ਕੁਝ ਚੀਜ਼ਾਂ 2 ਮਹੀਨੇ ਬਾਅਦ ਹੀ ਸ਼੍ਰੋਮਣੀ ਕਮੇਟੀ ਨੂੰ ਮਿਲ ਗਈਆਂ ਸੀ, ਕੁਝ ਚੀਜ਼ਾਂ ਉਹਦੇ ਤੋਂ ਬਾਅਦ ਕੁਝ ਲੋਕਾਂ ਨੇ ਥੋੜ੍ਹੀਆਂ ਲਿਆ ਕੇ ਦਿੱਤੀਆਂ, ਕੁਝ ਚੀਜ਼ਾਂ ਇੱਕ CBI ਦਾ ਅਫਸਰ ਹੁੰਦਾ ਸੀ, ਸਿੱਖ ਸੀ, ਉਹਦਾ ਮੁੰਡਾ ਪੰਜਾਬ ਦੇ ਵਿੱਚ ਸਿਵਲ ਦੇ ਵਿੱਚ ਆਫੀਸਰ ਸੀ, ਉਹਨੇ ਲਿਆ ਕੇ ਦਿੱਤੀਆਂ ਜੀ ਮੇਰੇ ਕੋਲ। ਉਹ CBI ਦੇ ਵਿੱਚ ਉਹ ਕਿੱਦਾਂ ਲਾਇਆ ਇਹ ਵੀ ਕਿਸੇ ਨੂੰ ਪਤਾ ਨਹੀਂ ਕਦੇ ਲੱਗਾ। ਕੁਝ ਚੀਜ਼ਾਂ ਉਹ ਕਹਿੰਦੇ ਪੰਜਾਬ ਸਰਕਾਰ ਨੂੰ ਦਿੱਤੀਆਂ ਤੇ ਪੰਜਾਬ ਸਰਕਾਰ ਦੇ ਰਿਕਾਰਡ 'ਤੇ ਆ, ਕੁਝ ਚੀਜ਼ਾਂ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤੀਆਂ ਗਈਆਂ ਤੇ ਵਾਜਪਾਈ ਸਰਕਾਰ ਦੇ ਵੇਲੇ ਉਸ ਵਕਤ ਦੇ ਰੱਖਿਆ ਮੰਤਰੀ ਜਾਰਜ ਫਰਨਾਂਡਿਸ ਨੇ ਇਹ ਗੱਲ ਪਾਰਲੀਮੈਂਟ 'ਚ ਆਖੀ ਕਿ ਹੁਣ ਫੌਜ ਦੇ ਵਿੱਚ ਇੱਕ ਵੀ ਆਈਟਮ, ਇੱਕ ਵੀ ਚੀਜ਼ ਉਹ ਨਹੀਂ ਜਿਹੜੀ ਅਸੀਂ ਆਪਰੇਸ਼ਨ ਬਲੂ ਸਟਾਰ ਵੇਲੇ ਲਿਆਂਦੀ ਹੋਵੇ, ਤੇ ਉਹ ਸਾਰਾ ਕੁਝ ਅਸੀਂ ਦੇ ਚੁੱਕੇ ਹਾਂ ਜੀ। ਜਾਰਜ ਫਰਨਾਂਡਿਸ ਦੇ ਇਹ ਗੱਲ ਕਹਿਣ ਤੋਂ 4 ਸਾਲ ਬਾਅਦ ਡਾਕਟਰ ਮਨਮੋਹਨ ਸਿੰਘ ਨੇ ਪਾਰਲੀਮੈਂਟ 'ਚ ਆਖਿਆ ਕਿ ਸਾਡੇ ਕੋਲ ਕੁਝ ਚੀਜ਼ਾਂ ਸਨ ਜਿਹੜੀਆਂ ਅਸੀਂ ਹੁਣ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤੀਆਂ। ਜੇ ਜਾਰਜ ਫਰਨਾਂਡਿਸ ਨੇ ਆਖਿਆ ਸਾਡੇ ਕੋਲ ਕੋਈ ਚੀਜ਼ ਨਹੀਂ, ਤੇ ਫਿਰ ਮਨਮੋਹਨ ਸਿੰਘ ਦੇ ਵੇਲੇ ਕਿੱਥੋਂ ਆ ਗਈ ਤੇ ਉਹਨੇ ਕਿੱਥੋਂ ਦੇ ਦਿੱਤੀਆਂ ਜੀ। ਮਨਮੋਹਨ ਸਿੰਘ ਤੋਂ ਬਾਅਦ ਵੀ ਸ਼੍ਰੋਮਣੀ ਕਮੇਟੀ ਹਰ ਸਾਲ ਉੱਕੀ ਪੁੱਕੀ ਚਿੱਠੀ ਲਿਖ ਦਿੰਦੀ ਹੈ,
ਅਕਾਲੀ ਦਲ ਦਾ ਪ੍ਰਧਾਨ ਵੀ ਲਿਖ ਦਿੰਦਾ, ਕੇਂਦਰ ਸਰਕਾਰ ਸਾਡੀਆਂ ਚੀਜ਼ਾਂ ਦੇਵੇ। ਇਸ ਵਾਰੀ ਵੀ ਜੂਨ 'ਚ ਲਿਖੀ ਇਹਨੇ ਸੁਖਬੀਰ ਸਿੰਘ ਬਾਦਲ ਨੇ ਚਿੱਠੀ, ਅੱਗੇ ਇਹਨਾਂ ਦੀਆਂ ਚਿੱਠੀਆਂ ਦਾ ਕੋਈ ਜਵਾਬ ਨਹੀਂ ਸੀ ਦਿੰਦਾ। ਇਸ ਵਾਰੀ ਅੱਗੇ ਅਮਿਤ ਸ਼ਾਹ ਸੀ, ਉਹਨੇ ਆਖਿਆ ਛੋਟੇ ਬਾਦਲ ਸਾਹਿਬ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਹਾਡਾ ਸਮਾਨ ਗਿਆ ਕੀ ਆ, ਫਿਰ ਦੱਸੋ ਉਹਦੇ 'ਚੋਂ ਕਿਹੜਾ ਕਿਹੜਾ ਸਮਾਨ ਤੁਹਾਡਾ ਮਿਲ ਗਿਆ ਤੇ ਕਿਹੜਾ ਰਹਿੰਦਾ। ਇਹਨਾਂ ਕੋਲ ਰਿਕਾਰਡ ਹੀ ਕੋਈ ਨਹੀਂ। ਇਹਨਾਂ ਨੇ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਜਿਹੜੇ ਹੁਣ ਤੱਕ ਦੇ ਇੰਚਾਰਜ ਸੀ, ਜਿਹੜੇ ਹੁਣ ਤੱਕ ਦੇ ਸਾਬਕਾ ਜਥੇਦਾਰ ਸੀ ਜੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਤੇ ਸਾਬਕਾ ਚੀਫ ਸੈਕਟਰੀ ਸੀ, ਉਹਨਾਂ ਦੀ ਮੀਟਿੰਗ ਸੱਦ ਲਈ ਤੇ ਉਸ ਮੀਟਿੰਗ ਦੇ ਵਿੱਚ ਡਾਕਟਰ ਅਨੁਰਾਗ ਸਿੰਘ ਨੇ ਆਖਿਆ ਕਈ ਚੀਜ਼ਾਂ ਆਈਆਂ ਨੇ, ਤੁਹਾਨੂੰ ਵੀ ਪਤਾ ਇੱਥੇ ਚੀਜ਼ਾਂ ਆ ਗਈਆਂ ਸੀ, ਇੱਥੋਂ ਸ਼੍ਰੋਮਣੀ ਕਮੇਟੀ 'ਚੋਂ ਨਿਕਲ ਕੇ ਕਈ ਇਤਿਹਾਸਕ ਗ੍ਰੰਥ ਤੇ ਕਈ ਹੋਰ ਚੀਜ਼ਾਂ ਇੰਗਲੈਂਡ 'ਚ ਜਾ ਕੇ ਨਿਲਾਮ ਘਰ 'ਚ ਨਿਲਾਮੀ 'ਚ ਵਿਕ ਚੁੱਕੀਆਂ ਨੇ, ਪਹਿਲਾਂ ਤੁਸੀਂ ਉਹਨਾਂ ਦੀ ਲਿਸਟ ਬਣਾਓ। ਕਹਿੰਦੇ ਹਾਂ ਇੱਕ ਸਬ ਕਮੇਟੀ ਬਣਾਉਣੇ ਆ, ਜਿਹੜੀ ਸਬ ਕਮੇਟੀ 2 ਮਹੀਨਿਆਂ ਦੇ ਅੰਦਰ ਅੰਦਰ ਫੈਸਲਾ ਕਰੂ। ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਤੀ ਉੱਥੇ ਬੈਠਾ ਸੀ, ਉਹ ਕਹਿੰਦਾ ਸਬ ਕਮੇਟੀ ਦਾ ਮਤਲਬ ਕੰਮ ਮਿੱਟੀ, ਤੁਸੀਂ ਕੰਮ ਤੇ ਮਿੱਟੀ ਪਾਉਣ ਲੱਗੇ, ਤੁਸੀਂ ਪੜਤਾਲ ਨਹੀਂ ਕਰਨੀ, ਤੁਹਾਨੂੰ ਪਤਾ ਕੀ ਕੁਛ ਹੈ, ਤੁਸੀਂ ਉਹ ਕਾਗਜ਼ ਕਿਉਂ ਨਹੀਂ ਕੱਢਦੇ। ਕਿਸੇ ਨੇ ਨਹੀਂ ਕੱਢਿਆ, ਕਹਿੰਦੇ ਅਸੀਂ 2 ਮਹੀਨਿਆਂ 'ਚ ਕਰਾਂਗੇ। ਅੱਜ ਜੂਨ ਤੋਂ ਲੈ ਕੇ ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ 6 ਮਹੀਨੇ ਹੋ ਗਏ, 5 ਮਹੀਨੇ ਜੀ। ਇਹਨਾਂ 5 ਮਹੀਨਿਆਂ 'ਚ ਅਜੇ ਤੱਕ ਉਸ ਕਮੇਟੀ ਦੀ ਕੋਈ ਮੀਟਿੰਗ ਹੀ ਨਹੀਂ ਹੋਈ। ਜਦੋਂ ਇਹਨਾਂ ਦੇ ਆਪਣੇ ਕੋਲ ਕੁਛ ਨਹੀਂ, ਸਰਕਾਰ ਤੋਂ ਕੀ ਮੰਗਣਗੇ? ਜਦੋਂ ਸਰਕਾਰ ਤੋਂ ਇਹ ਮੰਗਣ ਜੋਗੇ ਨਹੀਂ ਤੇ ਫਿਰ ਸਰਕਾਰ ਜੋ ਮਰਜ਼ੀ ਕਹਿ ਦੇ, ਉਹ ਕਹਿੰਦੇ ਸਾਡੇ ਕੋਲ ਹੈ ਨਹੀਂ, ਜੇ ਕੁਝ ਹੈਗਾ ਵੀ ਹੈ ਮੰਨ ਵੀ ਲੈਂਦੇ ਸਾਡੇ ਕੋਲ ਹੈਗਾ। ਜਦੋਂ ਉਹਨਾਂ ਆਖਿਆ ਸਾਡੇ ਕੋਲ ਸੋਨਾ ਵੀ ਹੈ, ਸੋਨੇ ਦੇ ਗਹਿਣੇ ਵੀ ਹੈ, ਚਾਂਦੀ ਵੀ ਹੈ, ਚਾਂਦੀ ਦੇ ਗਹਿਣੇ ਵੀ ਹੈ, ਤੇ ਫਿਰ ਉਹਨਾਂ ਕਹਿ ਤਾ ਕਿ ਇਹ ਚੀਜ਼ਾਂ ਕੁਝ ਇਹੋ ਜਿਹੀਆਂ ਜਿਹੜੀਆਂ ਅਸੀਂ ਇਸ ਵੇਲੇ ਨਹੀਂ ਡਿਸਕਲੋਜ਼ ਕਰਨਾ ਚਾਹੁੰਦੇ। ਇਹਨਾਂ ਦੇ ਕੋਲ ਕੀ ਰਿਕਾਰਡ ਹੈ? ਇਹਨਾਂ ਦੇ ਕੋਲ ਕੁਝ ਵੀ, ਇਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਹੁਣ ਤੱਕ ਲਿਆ ਕਿਹੜਾ, ਰਸੀਦਾਂ ਦੇ ਕੇ ਲਿਆ ਰਿਕਾਰਡ, ਉਹ ਰਸੀਦਾਂ ਹੀ ਨਹੀਂ ਲੱਭਦੀਆਂ ਵੀ ਕਿੱਥੇ ਆ। ਸਰਕਾਰ ਕੋਲ ਹੈਗੀਆਂ, ਇਹਨਾਂ ਕੋਲ ਨਹੀਂ। ਜਿਹੜੇ ਇਹਨਾਂ ਨੇ ਬੰਦੇ ਇੱਥੇ ਲਾਏ ਸੀ ਉਹਨਾਂ ਨੂੰ ਟੰਗੋ, ਪੁੱਛੋ ਉਹਨਾਂ ਤੋਂ ਉਹਨਾਂ ਕਿੱਥੇ ਕੀਤਾ, ਉਹ ਸਮਾਨ ਇੱਥੇ ਆਇਆ, ਗਾਇਬ ਕਿੱਦਾਂ ਹੋ ਗਿਆ, ਗਾਇਬ ਹੋ ਗਿਆ ਲੰਡਨ ਦੇ ਨਿਲਾਮ ਘਰ 'ਚ ਕਿੱਦਾਂ ਚਲਾ ਗਿਆ, ਉੱਥੇ ਜਾ ਕੇ ਕਰੋੜਾਂ ਦੇ ਵਿੱਚ ਉਹਦੀ ਨਿਲਾਮੀ ਕਿੱਦਾਂ ਹੋ ਗਈ, ਉਹ ਸਾਰਾ ਕੁਝ ਜਾਓ ਪਤਾ ਕਰੋ। ਬਿਲਕੁਲ, ਇਹ ਕੁਝ ਵੀ ਨਹੀਂ ਇੱਥੇ ਕਰਨ ਜੋਗੇ। ਜਿਹੜੇ ਬੰਦੇ ਨੇ ਰਾਈਟ ਟੂ ਇਨਫੋਰਮੇਸ਼ਨ ਐਕਟ ਵਿੱਚ ਪੁੱਛਿਆ ਉਹ ਕੋਈ ਸ਼੍ਰੋਮਣੀ ਕਮੇਟੀ ਦਾ ਨਹੀਂਗਾ, ਉਹ ਬਾਹਰ ਦਾ ਸੀ, ਉਹਨੇ ਤੇ ਪੁੱਛਿਆ ਆਪਣੇ ਤੌਰ ਤੇ, ਇੱਕ ਫਰਜ਼ੀ ਤੌਰ ਤੇ ਪੁੱਛ ਲਿਆ ਹੋਊਗਾ, ਸਧਾਰਨ ਆਦਮੀ ਹੈ। ਪਰ ਅੱਗੋਂ ਜਿਹੜਾ ਜਵਾਬ ਮਿਲਿਆ, ਉਹ ਜਵਾਬ ਤੋਂ ਬਾਅਦ ਹੁਣੀ ਸ਼੍ਰੋਮਣੀ ਕਮੇਟੀ ਹਿੱਲੇ, ਸ਼੍ਰੋਮਣੀ ਕਮੇਟੀ ਫਿਰ ਨਹੀਂ ਹਿੱਲੇਗੀ ਜੀ। ਪਰ ਸੋ ਤੁਸੀਂ ਆਏ, ਸਮਾਂ ਕੱਢਿਆ, ਬੜਾ ਧੰਨਵਾਦ ਜੀ। ਤਾਂ ਸਰ ਨਾਲ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।